द हरप्रीत सिंह शो के अज के एपीसोड में आप सब का करता हाँ हार्दिक स्वागत। अज के इस कम्यूनिटी प्रोफाइल सैगमेंट में असीं गलबात करांगे सादिया समीला जी नाल, जिहड़े कि कम्यूनिटी एक्टिविस्ट हैं, एक एजुकेशनिस्ट भी हैं, खास तौर पर अपनी कम्यूनिटीज़ के जो कुछ होंदा है उस बारे अवेयरनेस क्रिएट करने में हमेशा ही अगे आके गलबात करते हैं। स्वागत करते हैं अज इस प्रोग्राम में सादिया समीला जी का, जिहड़े कि इत्थे आके ਜਿਹੜੇ ਸਟਰਗਲਸ ਵਿੱਚੋਂ ਜਦੋਂ ਇੱਕ ਨਵਾਂ ਇਮੀਗ੍ਰੈਂਟ ਆਉਂਦਾ ਹੈ ਉਸ ਵਿੱਚੋਂ ਲੰਘ ਕੇ ਕਮਿਊਨਿਟੀ ਨੂੰ ਵਾਪਸ ਦੇਣ ਦਾ ਜੋ ਜਜ਼ਬਾ ਹੈ ਰੱਖਦੇ ਨੇ, ਕਿਸ ਤਰ੍ਹਾਂ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਇਹ ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ ਆਏ ਹੋਏ ਮਹਿਮਾਨਾਂ ਤੋਂ ਕੁਝ ਸਿੱਖ ਸਕਦੇ ਹਾਂ, ਇਸ ਬਾਰੇ ਗੱਲਬਾਤ ਕਰਦੇ ਹਾਂ। ਵੈਲਕਮ ਟੂ ਪ੍ਰੋਗਰਾਮ। ਥੈਂਕ ਯੂ ਜੀ। ਥੈਂਕ ਯੂ। ਸੋ ਸਾਦਾ ਜੀ, ਤੁਹਾਡਾ ਪਿਛੋਕੜ ਆਫ ਕੋਰਸ ਪਾਕਿਸਤਾਨ ਤੋਂ, ਤੁਸੀਂ ਇੱਥੇ ਆਏ ਹੋਏ ਹੋ, ਕਦੋਂ ਆਏ ਸੀ ਤੇ ਪਾਕਿਸਤਾਨ ਵਿੱਚ ਕੀ ਕਰਦੇ ਸੀ? ਅਸੀਂ ਜੀ ਆਏ ਸੀ ਜੁਲਾਈ 7 2002 ਦੇ ਵਿੱਚ। ਅੱਛਾ ਜੀ। ਤੇ ਲੈਂਡਿੰਗ ਡੇਟ ਆਪਣੀ ਯਾਦ ਰਹਿੰਦੀ ਸਾਰਿਆਂ ਨੂੰ। ਬਿਲਕੁਲ ਜੀ। think it's a very impactful moment in your life ਕਿ ਤੁਸੀਂ ਚੂਜ਼ ਕਰਦੇ ਹੋ ਕਿ ਤੁਸੀਂ ਇੱਕ ਨਵਾਂ ਹੋਮਲੈਂਡ ਅਪਣਾਉਣ ਜਾ ਰਹੇ ਹੋ, ਤੇ ਸਪੈਸ਼ਲੀ ਫॉर ਪੀਪਲ ਹੂ ਮਾਈਗ੍ਰੇਟ ਇਨ ਮਿਡਲ ਏਜ, ਉਹਨਾਂ ਦੇ ਵਾਸਤੇ ਖਾਸਾ ਇੱਕ ਜਿਵੇਂ ਮੁਸ਼ਕਿਲ ਫੈਸਲਾ ਹੁੰਦਾ ਹੈਗਾ, ਚੈਲੰਜ ਹੁੰਦਾ ਹੈਗਾ। ਹਾਂਜੀ, ਰਾਈਟ। ਸੋ ਉੱਥੇ ਮੈਂ ਟੀਚਿੰਗ ਕਰਦੀ ਸੀ ਜੀ। ਆਈ ਵਾਸ ਟੀਚਿੰਗ ਮਿਡਲ ਸਕੂਲ ਐਂਡ ਹਾਈ ਸਕੂਲ। ਅੱਛਾ ਜੀ। तभी your authoritative style अजे भी है। I'm not sure if it's a good thing or a bad thing, but that's what I did. I was teaching and social activism भी करती सी जिन्ना उस level ते कर सकती सी। कुछ ना कुछ community development के projects उत्थे भी शुरू किए हुए सी, but basically I think it was all about educating and presenting workshops. Canada आने का क्या मन बने? ਕੈਨੇਡਾ ਆਉਣ ਦਾ ਜੀ ਅਸੀਂ ਪੁਆਇੰਟ ਸਿਸਟਮ 'ਤੇ ਕੀਤਾ ਸੀ, ਪਰ ਸਾਨੂੰ ਲੱਗਦਾ ਸੀ ਕਿ ਇੱਥੇ ਸਾਡਾ ਇੱਕੋ ਹੀ ਬੇਟਾ ਹੈਗਾ, ਤੇ ਵੀ ਮੇਡ ਅ ਡਿਸੀਜਨ ਟੂ ਮੂਵ ਹੇਅਰ ਫॉर ਬੈਟਰ ਫਿਊਚਰ। ਰਾਈਟ। ਉਹਦੇ ਫਿਊਚਰ ਵਾਸਤੇ ਸਾਦਿਆ ਜੀ, ਜਿਸ ਤਰ੍ਹਾਂ ਐਜੂਕੇਸ਼ਨ ਫੀਲਡ ਨਾਲ ਤੁਸੀਂ ਜੁੜੇ ਹੋਏ ਸੀ, ਇੱਥੇ ਆ ਕੇ ਹਮੇਸ਼ਾ ਵਿਅਕਤੀ ਕੋਸ਼ਿਸ਼ ਕਰਦਾ ਕਿ ਆਪਣੀ ਹੀ ਫੀਲਡ ਵਿੱਚ ਜਾਇਆ ਜਾਏ, ਤੁਸੀਂ ਵੀ ਟਰਾਈ ਕੀਤੀ? ਨਹੀਂ ਜੀ, ਮੈਂ ਬਿਲਕੁਲ ਨਹੀਂ ਟਰਾਈ ਕੀਤੀ। ਮੈਨੂੰ ਇਹ ਲੱਗਦਾ ਸੀ ਕਿ ਜਿਹੜਾ ਪਾਕਿਸਤਾਨ ਦਾ ਸਾਡਾ ਟੀਚਰਸ ਦਾ ਇੱਕ ਸਟੇਟਸ ਕੋ ਕਹਿ ਲਵੋ, ਉਹ ਇੱਥੇ ਦੀ ਟੀਚਿੰਗ ਨਾਲ ਮੈਨੂੰ ਬਹੁਤ ਡਿਫਰੈਂਟ ਲੱਗਦਾ ਸੀ। ਅੱਛਾ ਜੀ। ਤੇ ਇੱਥੇ ਮੈਂ ਜੀ ਟੀਚਿੰਗ ਕੀਤੀ ਜ਼ਰੂਰ। ਇੱਥੇ ਮੈਂ ਕੌਂਟਨ ਕਾਲਜ ਤੋਂ ਐਡਲਟ ESL ਟੀਚਿੰਗ ਦਾ ਟੈਸਲ ਡਿਪਲੋਮਾ ਕੀਤਾ ਸੀ, ਤੇ ਆਈ ਹੈਵ ਟਾਟ ਇੰਗਲਿਸ਼ ਹੀਅਰ ਐਜ਼ ਵੈਲ। ਮੈਂ ਕਾਫੀ ਚਿਰ ਇੱਥੇ ਇੰਗਲਿਸ਼ ਟੀਚ ਕੀਤੀ, ਨਾਨ ਪ੍ਰੋਫਿਟਸ ਦੇ ਵਿੱਚ ਵੀ ਤੇ ਪ੍ਰਾਈਵੇਟ ਕੰਟਰੈਕਟਸ ਵੀ ਕੀਤੇ ਨੇ, ਪਰ ਐਵੇਂ ਕਿ ਮੈਂ ਐਜੂਕੇਸ਼ਨ ਸਿਸਟਮ ਦੇ ਵਿੱਚ ਆਉਣ ਦਾ ਨਹੀਂ ਸੋਚਿਆ। ਤੇ ਫਿਰ ਐਵੇਂ ਕਿ ਨਾਲ ਦੀ ਨਾਲ ਹੀ ਮੈਂ ਨਾਨ ਪ੍ਰੋਫਿਟ ਏਜੰਸੀਜ਼ ਦੇ ਨਾਲ ਕੰਮ ਸ਼ੁਰੂ ਕਰ ਲਿਆ। ਸੋਸ਼ਲ ਸਰਵਿਸਿਜ਼ ਸੈਕਟਰ ਦੇ ਨਾਲ ਜੁੜ ਕੇ ਮੈਨੂੰ ਇਹ ਲੱਗਿਆ ਕਿ ਮੈਨੂੰ ਜਿਹੜਾ ਮੇਰਾ ਪੈਸ਼ਨ ਹੈਗਾ ਉਹਨੂੰ ਫੋਲੋ ਕਰਨਾ ਚਾਹੀਦਾ, ਤੇ ਉਹਨੂੰ ਹੀ ਪ੍ਰੋਫੈਸ਼ਨ ਬਣਾਉਣਾ ਚਾਹੀਦਾ। ਸੋ ਤਾਂ ਕਰਕੇ ਫਿਰ ਮੈਂ ਇੱਥੇ ਵਾਇਲੈਂਸ ਪ੍ਰੀਵੈਂਸ਼ਨ ਪ੍ਰੋਗਰਾਮਸ ਨਾਲ ਜੁੜੀ, ਐਂਡ ਆਈ ਸਟਿਲ ਡੂ ਵਰਕ ਵਿਦ पेरेंटिंग आउटरीच प्रोग्राम्स, ग्रुप्स फैसिलिटेट कर दियाँ। एज एन इंटरप्रेटर मैं काफ़ी चिर काम किया, वो मेरे वास्ते बड़ा एक सॉलिड लर्निंग एक्सपीरियंस सी। राइट। ਤੇ ਉਹ ਵੀ ਮੈਂ VCC ਤੋਂ ਟ੍ਰੇਨਿੰਗ ਕੀਤੀ, ਤੇ ਸੋਸਾਇਟੀ ਆਫ ਟ੍ਰਾਂਸਲੇਟਰਸ ਐਂਡ ਇੰਟਰਪ੍ਰੈਟਰਸ ਦੇ ਨਾਲ ਮੈਂ ਐਜ਼ ਐਨ ਐਸੋਸੀਏਟ ਮੈਂਬਰ ਕੰਮ ਕੀਤਾ। ਸੋ ਉਹ ਮੈਨੂੰ ਲੱਗਦਾ ਹੈ ਕਿ ਜਿਹੜਾ ਕਿ ਇੱਕ ਲਾਈਫ ਦਾ ਅਲੱਗ ਹੀ ਐਂਗਲ ਤੁਹਾਨੂੰ ਦੇਖਣ ਨੂੰ ਮਿਲਦਾ ਐਜ਼ ਐਨ ਇੰਟਰਪ੍ਰੈਟਰ, ਬਿਕਾਜ਼ you don't really get involved in providing services, but still it's a really good way to observe what's going on, especially social services sector ਦੇ ਵਿੱਚ। ਸੋ ਆਂਦੇ ਸਾਰ ਜਿਸ ਤਰ੍ਹਾਂ ਹੁੰਦਾ ਜੀ, ਬੰਦਾ ਜਿਹੜੀ ਫੀਲਡ 'ਚ ਹੁੰਦਾ ਨਾ ਉਹਦੇ 'ਚ ਸੇਫ ਫੀਲ ਕਰਦਾ ਕਿ ਮੈਂ ਉਹਦੇ ਵਿੱਚ ਜਾਵਾਂ, ਪਰ ਤੁਸੀਂ ਯੂ ਚੋਜ਼ ਅਨਦਰ ਪਾਥ। ਆ ਕੇ ਆਫਕੋਰਸ ਉਹ ਜਿਹੜੇ ਚੈਲੰਜਸ ਹੁੰਦੇ ਨੇ, ਕਲਚਰ ਸ਼ੌਕ ਹੁੰਦਾ, ਇੱਕ ਨਵਾਂ ਮੁਲਕ ਹੈਗਾ, ਸਟਰਗਲਸ 'ਚੋਂ ਤੁਸੀਂ ਲੰਘ ਰਹੇ ਹੈਗੇ ਹੋ, ਤਾਂ ਉਹ ਫੇਜ਼ ਦੇ ਵਿੱਚ ਥੋੜ੍ਹਾ ਜਿਹਾ ਲੈ ਕੇ ਚਲੋ ਕਿ ਵਾਜ਼ ਇਟ ਐਨ ਈਜ਼ੀ ਗੋ ਫॉर ਯੂ ਟੂ you know to go from one field to another field, ਜਾਂ ਕੁਛ ਈਜ਼ੀ ਸੀ ਤੁਹਾਡੇ ਵਾਸਤੇ? ਕਿਹੋ ਜਿਹਾ ਫੇਜ਼ ਸੀ? ਮੈਨੂੰ ਲੱਗਦਾ ਹੈ ਕਿ ਜੀ ਈਜ਼ੀ ਤੇ ਚੈਲੰਜ ਦੀ ਡੈਫੀਨੇਸ਼ਨ ਸਾਡੇ ਵਾਸਤੇ ਬੜੀ ਸਬਜੈਕਟਿਵ ਹੁੰਦੀ ਹੈ ਜੀ। ਫॉर ਅ ਪਰਸਨ ਲਾਈਕ ਮੀ, ਆਈ ਡੋਂਟ ਲਾਈਕ ਟੇਕਿੰਗ ਨੋ ਫॉर ਐਨ ਆਂਸਰ, ਤੇ ਆਪਣੇ ਗੋਲਸ ਜਿਹੜੇ ਨੇ ਉਹ ਮੈਂ ਬਹੁਤ ਕੇਅਰਫੁਲੀ ਡਿਫਾਈਨ ਕਰਨੀ ਆ, ਤੇ ਬਹੁਤ ਲਾਈਫ ਦੇ ਵਿੱਚ ਐਕਸਪੀਰੀਅੰਸ ਗੇਨ ਕੀਤੇ, ਜਿਹੜੇ ਅੱਛੇ ਐਕਸਪੀਰੀਅੰਸ ਉਹਨਾਂ ਨੂੰ ਰੀਫਰੇਮ ਜਦੋਂ ਮੈਂ ਹੁਣ ਕਰਨੀ ਆ, ਤੇ ਆਈ ਆਲਵੇਜ਼ ਥਿੰਕ ਕਿ ਐਕਸਪੀਰੀਅੰਸ ਗੁੱਡ ਤੇ ਬੈਡ ਨਹੀਂ ਹੁੰਦਾ, ਕੁਛ ਨਾ ਕੁਛ ਸਾਨੂੰ ਟੀਚ ਹੀ ਕਰਕੇ ਜਾਂਦਾ ਹੈ। ਤੇ ਉਹਦੇ ਵਿੱਚ ਜੇ ਤੁਸੀਂ ਕਹੋ ਕਿ ਚੈਲੰਜਸ ਹਨ, ਯੈਸ ਆਫ ਕੋਰਸ ਸਟਿਲ ਹੈਗੇ ਨੇ, ਹਮੇਸ਼ਾ ਹੀ ਰਹਿੰਦੇ ਨੇ, ਤੇ ਮੈਨੂੰ ਲੱਗਦਾ ਜਦੋਂ ਤੱਕ ਕਰਕੇ ਚੈਲੰਜਸ ਰਹਿੰਦੇ ਨੇ ਉਦੋਂ ਤੱਕ ਸਾਨੂੰ ਲੱਗਦਾ ਹੈ ਕਿ ਸਾਡਾ ਲਹੂ ਗਰਮ ਹੈਗਾ, ਅਸੀਂ ਜ਼ਿੰਦਾ ਹੈਗੇ ਹਾਂ, ਤੇ ਆਈ ਲਾਈਕ ਡੂਇੰਗ ਦੈਟ, ਐਂਡ ਆਈ ਥਿੰਕ ਫॉर ਮੀ I would really wither off if I'm working in the same field for so long. ਮੈਨੂੰ ਇਹ ਲੱਗਦਾ ਹੈ ਕਿ ਮੇਰੇ ਵਾਸਤੇ when I take up a project, I give it 110%, and then I grow out of it. ਫਿਰ ਮੇਰਾ ਜੀ ਕਰਦਾ ਹੈ ਕਿ ਮੈਂ ਕੁਝ ਨਵਾਂ ਕਰਾਂ, something new. ਹਾਂਜੀ, ਠੀਕ।
ਇੱਕ ਫੇਜ਼ ਤੋਂ ਦੂਸਰਾ ਫੇਜ਼ ਜ਼ਿੰਦਗੀ ਚੱਲਦੀ ਰਹਿੰਦੀ ਇੱਥੇ ਆ ਕੇ ਸਟਰਗਲਸ ਦੇ ਨਾਲ ਬੰਦਾ ਸਿੱਖਦਾ ਰਹਿੰਦਾ ਜਿਸ ਤਰ੍ਹਾਂ ਤੁਸੀਂ ਕਿਹਾ ਪਰ ਇੱਕ ਪੈਸ਼ਨ ਵੀ ਹੁੰਦਾ ਕਿਉਂਕਿ ਜਦੋਂ ਤੁਸੀਂ ਕਮਿਊਨਿਟੀ ਸਰਵਿਸ ਦੀ ਗੱਲ ਕਰਦੇ ਹੋ ਯੂ ਹੈਵ ਟੂ ਬੀ ਥਿਕ ਸਕਿਨਡ ਆਲਸੋ ਇੱਕ ਤਰ੍ਹਾਂ ਦਾ ਕਿਉਂਕਿ ਬਹੁਤ ਸਾਰੇ ਚੈਲੰਜਸ ਹੁੰਦੇ ਨੇ ਇੱਕ ਪਾਸੇ ਤੁਸੀਂ ਜਿਹੜੀ ਏਜੰਸੀ ਨਾਲ ਕੰਮ ਕਰੋ ਦੂਸਰੇ ਪਾਸੇ ਲੋਕਾਂ ਦੀਆਂ ਜਿਹੜੀਆਂ ਡਿਮਾਂਡਸ ਨੇ ਉਹ ਬਹੁਤ ਜ਼ਿਆਦਾ ਹੁੰਦੀਆਂ ਨੇ ਸੋ ਹਾਊ ਡੂ ਯੂ ਕੋਪ ਅਪ ਵਿਦ ਦੈਟ ਤੇ ਫੈਮਿਲੀ ਲਾਈਫ ਨੂੰ ਵੀ ਤੇ ਨਾਲ ਸਮਾਜਿਕ ਜਿਹੜਾ ਤੁਹਾਡਾ ਫਰਜ਼ ਹੈਗਾ ਉਸ ਨੂੰ ਵੀ ਪੂਰਾ ਕਰਨਾ ਸਭ ਤੋਂ ਪਹਿਲਾਂ ਜੀ ਆਈ ਵੁੱਡ ਲਾਈਕ ਟੂ ਐਕਨੋਲੇਜ ਕਿ ਜਿਹੜਾ ਸੋਸ਼ਲ ਸਰਵਿਸਿਜ਼ ਦੀ ਕੋਈ ਵੀ ਤੁਸੀਂ ਇਟਸ ਅ ਸਪੈਕਟਰਮ ਜਿਹੜੀ ਵੀ ਤੁਸੀਂ ਸਰਵਿਸ ਉਹਦੇ ਵਿੱਚ ਦੇਖ ਲਓ ਇਟਸ ਅ ਥੈਂਕਲੈਸ ਪ੍ਰੋਫੈਸ਼ਨ ਬੇਸਿਕਲੀ ਜੇ ਤੁਸੀਂ ਵੋਲੰਟੀਅਰ ਵੀ ਕਰਦੇ ਹੋਗੇ ਤੁਸੀਂ ਗਿਵ ਬੈਕ ਕਰ ਰਹੇ ਹੋ ਕਮਿਊਨਿਟੀ ਨੂੰ ਤੁਸੀਂ ਆਪਣੀ ਈਗੋ ਨੂੰ ਵਿੱਚ ਲਿਆ ਕੇ ਇਹ ਨਾ ਸੋਚੋ ਕਿ ਤੁਹਾਨੂੰ ਲੋਕੀ ਥੈਂਕ ਯੂ ਕਹਿਣਗੇ ਜਾਂ ਤੁਹਾਡੀ ਵਾਹ ਵਾਹ ਜਾਂ ਜੈ ਜੈਕਾਰ ਹੋਏਗੀ ਯੂ ਡੂ ਇਟ ਬਿਕਾਜ਼ ਤੁਸੀਂ ਰੱਬ ਦੇ ਵਾਸਤੇ ਕਰਨਾ ਹੈਗਾ ਸੋ ਦੈਟ ਇੰਟੈਂਸ਼ਨ ਇਜ਼ ਦੇਅਰ ਜੀ ਜਿੱਥੇ ਤੱਕ ਤੁਸੀਂ ਪ੍ਰਾਇੋਰਿਟੀਜ਼ ਦੀ ਗੱਲ ਕੀਤੀ ਇਫ ਆਈ ਹੀਅਰ ਯੂ ਰਾਈਟ ਮੇਰੇ ਵਾਸਤੇ ਹਮੇਸ਼ਾ ਮੇਰੀ ਫੈਮਿਲੀ ਅਹਿਮ ਰਹੀ ਹੈ ਤੇ ਮੈਂ ਜਦੋਂ ਤੱਕ ਕਿ ਮੇਰਾ ਬੇਟਾ ਗ੍ਰੇਡ 3 ਦੇ ਵਿੱਚ ਨਹੀਂ ਉਹਨੇ ਸਕੂਲਿੰਗ ਸਟਾਰਟ ਕੀਤੀ ਉਦੋਂ ਤੱਕ ਮੈਂ ਕੰਟਰੈਕਟ ਬੇਸ ਤੇ ਪਾਰਟ ਟਾਈਮ ਕੰਮ ਕੀਤਾ ਬਟ ਆਈ ਡਿਡਨਟ ਵਰਕ ਫੁੱਲ ਟਾਈਮ ਆਪਣੇ ਆਪ ਨੂੰ ਮੈਂ ਕਮਿਊਨਿਟੀ ਦੇ ਵਿੱਚ ਵੀ ਇੰਨਾ ਇੰਗੇਜ ਨਹੀਂ ਸੀ ਕੀਤਾ ਸੋ ਦੈਟ ਕਮਸ ਫਰਸਟ ਮੇਰੇ ਹਸਬੈਂਡ ਦੀ ਤੇ ਮੇਰੇ ਬੇਟੇ ਦੀ ਮੇਰੇ ਵਾਸਤੇ ਮਹੱਤਤਾ ਆਲਵੇਜ਼ ਫੈਮਿਲੀ ਲਾਈਫ ਦੀ ਪਹਿਲੇ ਰਹੇਗੀ ਤੇ ਬਾਕੀ ਕਮਿਊਨਿਟੀ ਦਾ ਇਹ ਵੀ ਕਿ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੀ ਨੀਡਸ ਨੇ ਤੇ ਸਪੈਸ਼ਲੀ ਜਿਹੜੇ ਹਰਪ੍ਰੀਤ ਜੀ ਹਮੇਸ਼ਾ ਮੈਂ ਗੱਲ ਆਈ ਕਰਨੀ ਆ ਕਿ ਜਿਹੜੇ ਸੋਸ਼ਲ ਇਸ਼ੂਜ਼ ਦੇ ਨਾਲ ਸਟਿਗਮਾ ਜੁੜਿਆ ਹੋਇਆ ਹੈ ਜੀ ਆਈ ਰੀਅਲੀ ਵਾਂਟ ਟੂ ਟੇਕ ਦੋਜ਼ ਔਨ ਮੈਂ ਚਾਹੁੰਦੀ ਹਾਂ ਕਿ ਮੈਂ ਉਹਨਾਂ ਦੇ ਬਾਰੇ ਗੱਲ ਕਰਦੀ ਰਵਾਂ ਕਿਉਂਕਿ ਇੱਕ ਵਾਰੀ ਇੱਕ ਮੁੱਦੇ ਤੇ ਗੱਲ ਕਰਨਾ ਇਨਫ ਨਹੀਂ ਹੁੰਦਾ ਜੇ ਅਸੀਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰਨੀ ਆ ਮੈਂ ਬਾਰ-ਬਾਰ ਕਰਨੀ ਆ ਹਰ ਚੈਨਲ ਤੇ ਜਾ ਕੇ ਕਰਨੀ ਆ ਮੈਨੂੰ ਇਹ ਲੱਗਦਾ ਕਿ ਆਨਗੋਇੰਗ ਕਨਵਰਸੇਸ਼ਨਸ ਨੇ ਜੇ ਅਸੀਂ ਬੁਲੀਇੰਗ ਦੀ ਗੱਲ ਕਰੀਏ ਵਿਊਜ਼ ਦੀ ਗੱਲ ਕਰੀਏ ਅਸੀਂ ਮੈਂਟਲ ਹੈਲਥ ਦੀ ਗੱਲ ਕਰੀਏ ਜੀ ਇਹ ਸਾਰੇ ਟੌਪਿਕਸ ਐਸੇ ਨੇ ਕਿ ਕਿਤੇ ਨਾ ਕਿਤੇ ਜਾ ਕੇ ਸਾਨੂੰ ਇਫੈਕਟ ਕਰਦੇ ਨੇ ਇਟਸ ਐਵਰੀਬਾਡੀਜ਼ ਇਸ਼ੂ ਤੇ ਉਹਨਾਂ ਦੇ ਬਾਰੇ ਮੈਨੂੰ ਲੱਗਦਾ ਕਿ ਰਿਪੀਟਡਲੀ ਵੀ ਹੈਵ ਟੂ ਮੇਕ ਸ਼ੋਰ ਕਿ ਜਿਹੜੇ ਸੋਸ਼ਲ ਸਟਿਗਮਾ ਟੌਪਿਕਸ ਸਾਡੇ ਵਾਸਤੇ ਕ੍ਰੀਏਟ ਹੋਏ ਨੇ ਉਹਨਾਂ ਨੂੰ ਅਸੀਂ ਖੁੱਲ੍ਹ ਕੇ ਐਡਰੈਸ ਕਰੀਏ ਦੈਟਸ ਵਾਟ ਆਈ ਵਾਂਟ ਟੂ ਡੂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇੱਕ ਪੈਸ਼ਨ ਹੈਗਾ ਕਿ ਯੂ ਵਾਂਟ ਅ ਚੇਂਜ ਜੋ ਇੱਥੇ ਇਹਨਾਂ ਮੁਲਕਾਂ 'ਚ ਤਾਂ ਅਸੀਂ ਆ ਗਏ ਪਰ ਸਾਡੀ ਮਾਨਸਿਕਤਾ ਦੇ ਵਿੱਚ ਉਹ ਜਿਹੜੇ ਚੇਂਜਸ ਆਉਣੇ ਚਾਹੀਦੇ ਸੀ ਉਹ ਸ਼ਾਇਦ ਨਹੀਂ ਆ ਰਹੇ ਬਟ ਓਵਰ ਦ ਈਅਰਸ ਜਿਸ ਤਰ੍ਹਾਂ ਹੁਣ ਤੁਹਾਨੂੰ ਇੱਥੇ 12 ਸਾਲ ਦਾ ਸਮਾਂ ਹੋ ਗਿਆ ਹੈਗਾ 13 ਸਾਲ ਬਲਕਿ ਹੋ ਜਾਣੇ ਨੇ ਤੇ ਉਹਦੇ ਵਿੱਚ ਕੀ ਤੁਸੀਂ ਦੇਖ ਰਹੇ ਕੁਝ ਇਹ ਸਾਰੀ ਚੀਜ਼ਾਂ ਦਾ ਕਿੰਨਾ ਕੁ ਇੰਪੈਕਟ ਪੈ ਰਿਹਾ ਹੈ ਉਸ ਤੋਂ ਇਲਾਵਾ ਕਿਹੜੀਆਂ ਚੀਜ਼ਾਂ ਤੁਹਾਨੂੰ ਇੰਸਪਾਇਰ ਕਰਦੀਆਂ ਨੇ ਕੋਈ ਰਿਗਰੈਟਸ ਇਹ ਸਾਰੀਆਂ ਚੀਜ਼ਾਂ ਗੱਲਬਾਤ ਕਰਦੇ ਜਿਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਥੈਂਕ ਯੂ ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ ਸਮਝ ਨਹੀਂ ਆਉਂਦਾ ਕੀ ਕਰੋ ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ 1866790884 ਬਿਜ਼ਨਸ ਸੋਲੂਸ਼ਨਜ਼ ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ ਹਮੇਸ਼ਾ ਹੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕਮਿਊਨਿਟੀਜ਼ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਦੀ ਕੁਝ ਨਾ ਕੁਝ ਦੇਣ ਹੈ ਕਮਿਊਨਿਟੀ ਨੂੰ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਉਹਨਾਂ ਦੇ ਕਿਹੜੇ ਚੈਲੰਜਸ ਹਨ ਕਿਹੜੀਆਂ ਉਹਨਾਂ ਦੀ ਅਚੀਵਮੈਂਟਸ ਨੇ ਤੇ ਕੀ ਕੁਝ ਸਿੱਖਿਆ ਜਾ ਸਕਦਾ ਹੈ ਕਿਉਂਕਿ ਕਹਿੰਦੇ ਨੇ ਜੀ ਸਕਸੈਸ ਜਿਹੜਾ ਹੈਗਾ ਈਜ਼ੀਲੀ ਨਹੀਂ ਆਉਂਦਾ ਇਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਪਰ ਅੱਜ ਇੱਕ ਨਵੀਂ ਸੋਚ ਜੋ ਸਾਹਮਣੇ ਆ ਰਹੀ ਹੈ ਉਹ ਵੇਖ ਰਹੇ ਹਾਂ ਕਿ ਹਰ ਇੱਕ ਕੋਈ ਸਕਸੈਸ ਲੈਣਾ ਚਾਹੁੰਦਾ ਹੈ ਪਰ ਜਿਹੜੇ ਉਹਦੇ ਇਨਗਰੀਡੀਐਂਟਸ ਨੇ ਜਿਹੜੇ ਮਿਹਨਤ ਕਰਨੀ ਹੈ ਇਮਾਨਦਾਰੀ ਨਾਲ ਕੰਮ ਚੰਗੇ ਤਰੀਕੇ ਨਾਲ ਕਰਨਾ ਹੈ ਉਸ ਪਾਸੇ ਸ਼ਾਇਦ ਅਸੀਂ ਥੋੜ੍ਹੀ ਜਿਹੀ ਸੋਚ ਸਾਡੇ ਪਿੱਛੇ ਨੂੰ ਜਾ ਰਹੀ ਹੈ ਇਸ ਪ੍ਰਤੀ ਕਿਸ ਤਰ੍ਹਾਂ ਅਸੀਂ ਇਹਨਾਂ ਦੀ ਇੰਡੀਵਿਜੂਅਲ ਲਾਈਫ ਵਿੱਚੋਂ ਕੁਝ ਸਿੱਖ ਸਕਦੇ ਹਾਂ ਇਸੀ ਨੂੰ ਮੁੱਖ ਰੱਖ ਕੇ ਅਸੀਂ ਇਹ ਪ੍ਰੋਗਰਾਮਸ ਵਿੱਚ ਸ਼ਾਮਲ ਕਰਿਆ ਕਰਨੇ ਹਾਂ ਵੱਖਰੀ ਸ਼ਖਸੀਅਤਾਂ ਨੂੰ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸਾਦੀਆ ਸਮੀਉੱਲਾ ਜੀ ਨਾਲ ਆਓ ਹੋਰ ਇਨਫੋਰਮੇਸ਼ਨ ਲੈਣੇ ਜੀ ਸਾਦੀਆ ਜੀ ਸੋ ਬ੍ਰੇਕ ਤੋਂ ਪਹਿਲਾਂ ਜੋ ਗੱਲ ਚੱਲ ਰਹੀ ਸੀ ਕਿ ਪੈਸ਼ਨ ਜਿਹੜਾ ਹੈ ਆਫਟਰ ਆਲ ਕੋਈ ਚੀਜ਼ ਡਰਾਈਵ ਕਰਦੀ ਹੈ ਬੰਦੇ ਨੂੰ ਕਿ ਮੈਂ ਸਮਾਜ ਦੇ ਵਿੱਚ ਕੁਝ ਪਰਿਵਰਤਨ ਲਿਆਉਣਾ ਮੇਰੇ ਆਲੇ ਦੁਆਲੇ ਜੋ ਹੋ ਰਿਹਾ ਪਹਿਲਾਂ ਘਰ ਤੋਂ ਸ਼ੁਰੂ ਹੁੰਦੀ ਹੈ ਫਿਰ ਸਮਾਜ 'ਚ ਹੁੰਦੀ ਫਿਰ ਦੇਸ਼ ਤੱਕ ਗੱਲ ਪਹੁੰਚਦੀ ਹੈ ਸੋ ਤੁਹਾਨੂੰ ਕਿਹੜੀ ਚੀਜ਼ ਡਰਾਈਵ ਕਰਦੀ ਹੈ ਵਾਟ ਇਜ਼ ਦੈਟ ਇਨਸਪੀਰੇਸ਼ਨ ਵਿਚ ਮੇਕਸ ਯੂ ਡੂ ਵਾਟ ਯੂ ਡੂ ਮੈਨੂੰ ਲੱਗਦਾ ਹੈ ਜੀ ਇਫ ਆਈ ਸਮ ਇਟ ਅਪ ਇਨ ਅ ਵੈਰੀ ਬਰੀਫ ਵੇ ਮੈਨੂੰ ਲੱਗਦਾ ਹੈ ਕਿ ਇਟਸ ਦ ਪਰਸੂਟ ਆਫ ਸੋਸ਼ਲ ਜਸਟਿਸ ਕਿ ਮੈਨੂੰ ਲੱਗਦਾ ਹੈ ਕਿ ਇਸ ਸਟੇਜ 'ਤੇ ਆ ਕੇ ਵੀ ਆਈ ਵਰਕ ਵਿਦ ਨਾਨ ਪ੍ਰੋਫਿਟ ਸੈਕਟਰਸ ਐਂਡ ਵਿਦ ਦ ਕਾਰਪੋਰੇਟ ਈਵਨ ਤੇ ਹੁਣ ਆ ਕੇ ਮੈਂ ਸੋਚਿਆ ਕਿ ਆਈ ਵਾਂਟ ਟੂ ਪਰਸੂ ਸੋਸ਼ਲ ਵਰਕ ਐਜ਼ ਅ ਕਰੀਅਰ ਐਂਡ ਐਟ ਏਜ 44 ਆਈ ਐਮ ਬੈਕ ਇਨ ਸਕੂਲ ਸੋ ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਡਰਾਈਵ ਹੈਗੀ ਹੈ ਤੁਸੀਂ ਗੱਲ ਕੀਤੀ ਪੈਸ਼ਨ ਹੈਗਾ ਕਿ ਸੋਸ਼ਲ ਜਸਟਿਸ ਨੂੰ ਪਰਸੂ ਕਰਨਾ in every way which way I can ਜਿੰਨੀ ਕਪੈਸਿਟੀ 'ਚ ਮੈਂ ਕਰ ਸਕਨੀ ਆ ਮੈਨੂੰ ਲੱਗਦਾ ਕਿ ਮੇਰੇ ਵਾਸਤੇ that is the passion ਭਾਵੇਂ ਉਹ ਹੋਮਲੈਸਨੈਸ ਦੀ ਗੱਲ ਹੈ ਪਾਵਰਟੀ ਦੀ ਹੈ ਜਾਂ
एडिक्शंस दी है या वट एवर सोशल इशू यू वांट टू पिक, पर मेरे वास्ते इट बॉयल्स डाउन टू सोशल जस्टिस। ਨਾਲ ਹੀ ਮੈਂ ਬ੍ਰੇਕ ਤੋਂ ਪਹਿਲਾਂ ਜਿਹੜਾ ਪੁੱਛ ਰਹੀ ਸੀ ਕਿ ਫਰਕ ਦੀ ਜਦੋਂ ਅਸੀਂ ਗੱਲ ਕਰਨੇ ਖਾਸ ਤੌਰ ਤੇ ਪਾਕਿਸਤਾਨ ਤੋਂ, ਉੱਥੋਂ ਪਾਕਿਸਤਾਨ ਦੀ ਇੱਕ ਲੇਡੀ ਫਿਰ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਲਿਆਉਣ ਦੀ ਕੋਸ਼ਿਸ਼ ਕਰਨੀ ਹੈ, are people receptive to it and all this years what you have been doing, ਇਹਦਾ ਕਿੰਨਾ ਕੁ ਫਰਕ ਪੈ ਰਿਹਾ ਤੁਹਾਡੇ ਸਾਹਮਣੇ? ਮੇਰਾ ਕੰਮ ਹੈ ਜੀ ਕੋਸ਼ਿਸ਼ ਕਰਨਾ। ਮੈਨੂੰ ਲੱਗਦਾ ਹੈ ਕਿ ਮੈਂ ਸਿਰਫ ਇਹ ਦੇਖਦੀ ਹਾਂ ਕਿ ਮੇਰੇ 'ਚ ਕਿੰਨੀ ਕਪੈਸਿਟੀ ਹੈ ਆਪਣੇ ਐਫਰਟਸ ਨੂੰ ਕੰਸਿਸਟੈਂਟਲੀ ਕਾਇਮ ਰੱਖਣ ਦੀ। I just focus on that. Right. ਜੇ ਮੈਂ ਇਹ ਸੋਚਣ ਲੱਗ ਜਾਵਾਂ ਕਿ ਉਹ ਕਿੰਨੇ ਵੈਲ ਰਿਸੀਵਡ ਐਫਰਟਸ ਨੇ ਜਾਂ ਕੋਈ ਮੇਰੇ ਬਾਰੇ ਕੀ ਸੋਚੇਗਾ ਜਾਂ ਮੈਨੂੰ ਕੀ ਰਿਸਪੌਂਸ ਮਿਲੇਗਾ, I think I'm going to then associate my success with other people's reactions, which is not a success based ਜਾਂ strength based approach ਨਹੀਂ ਹੋਏਗੀ। ਮੇਰਾ ਕੰਮ ਹੈਗਾ ਕਿ ਜਿੰਨੀ ਮੇਰੀ ਕਪੈਸਿਟੀ ਉਨੀ ਮੈਂ ਕੋਸ਼ਿਸ਼ ਕਰੀ ਜਾਵਾਂ। ਵੰਡਰਫੁਲ। ਉਸ ਦੇ ਨਾਲ ਨਾਲ ਬਹੁਤ ਸਾਰੀਆਂ ਅਚੀਵਮੈਂਟਸ ਤੁਹਾਨੂੰ ਮਿਲੀਆਂ ਇਨ ਦ ਸੈਂਸ ਕਿ ਜੋ ਤੁਸੀਂ ਕਰਨਾ ਚਾਹੁੰਦੇ ਸੀ ਤੁਸੀਂ ਉਹ ਕੀਤਾ, ਟਿਕ ਕੇ ਨਹੀਂ ਰਹੇ, ਜਿੱਥੇ ਮਨ ਕੀਤਾ ਉੱਥੇ ਜਾ ਕੇ ਤੁਸੀਂ ਉਸ ਚੇਂਜ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ। ਕੋਈ ਐਸਾ ਲਮਹਾ, ਕੋਈ ਐਸਾ ਇਵੈਂਟ, ਕੋਈ ਐਸਾ ਇਨਸੀਡੈਂਟ ਜੋ ਤੁਹਾਨੂੰ ਯਾਦ ਹੋਵੇ ਜਿਹੜਾ ਕਿ ਤੁਹਾਨੂੰ ਵਾਕਈ 'ਚ ਇਟ ਪੈਟਸ ਯੂ ਔਨ ਦ ਬੈਕ ਐਂਡ ਸੇਜ਼ ਕਿ ਯੈਸ ਆਈ ਡਿਡ ਸਮਥਿੰਗ ਵਾਟ ਆਈ ਵਾਂਟਡ ਟੂ ਡੂ? Preet ji, मैं कैमरा ਤੇ ਗੱਲ ਕਰ ਰਹੀ ਹਾਂ। I think it takes a lot of courage to say that, but I was called in as a witness for one of my clients who went through domestic abuse. ਜੀ। ਤੇ ਮੇਰੇ ਵਾਸਤੇ ਬੜਾ ਇੰਟੈਂਸ ਐਕਸਪੀਰੀਅੰਸ ਸੀ ਕਿਉਂਕਿ ਨੈਚੁਰਲੀ ਨਾਟ ਐਵਰੀਬਡੀ ਇਜ਼ ਫੌਂਡ ਆਫ ਗੋਇੰਗ ਟੂ ਦ ਕੋਰਟ ਆਫ ਲਾਅ ਐਜ਼ ਅ ਵਿਟਨੈਸ। ਇਟਸ ਅ ਵੈਰੀ ਇੰਟੈਂਸ ਐਕਸਪੀਰੀਅੰਸ। ਤੇ ਮੇਰੇ ਵਿਟਨੈਸ ਤੇ ਜਿਹੜਾ ਫੈਸਲਾ ਹੋਇਆ ਸੀ ਉਹ ਬੜਾ ਜਸਟ ਸੀ ਜੀ, ਐਂਡ ਆਈ ਟੇਕ ਪ੍ਰਾਈਡ ਇਨ ਇਟ ਬਿਕਾਜ਼ ਮੈਨੂੰ ਲੱਗਦਾ ਹੈ ਕਿ that was something which I really think that I stood with integrity and I did what I had to do and it paid off. When we talk about integrity, we talk about honesty, values, virtues ਦੀ ਬੜੀ ਮਹੱਤਤਾ ਹੈ, ਸਾਡੇ ਧਰਮਾਂ 'ਚ ਸਾਨੂੰ ਸਿਖਾਇਆ ਜਾਂਦਾ ਹੈ। ਪਰ ਜਦੋਂ ਸਿਰ ਤੇ ਪੈਂਦੀ ਹੈ ਆਮ ਤੌਰ 'ਤੇ ਅਸੀਂ ਭੱਜ ਜਾਂਦੇ ਹਾਂ ਕਈ ਵਾਰੀ। ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਕਿ ਸਟੈਂਡਿੰਗ ਇਨ ਅ ਵਿਟਨੈਸ ਬਾਕਸ ਐਂਡ ਟਾਕਿੰਗ ਅਬਾਊਟ ਦੈਟ ਇੰਟੈਗਰਿਟੀ, ਇਟ ਮੇਕਸ ਯੂ ਫੀਲ ਪ੍ਰਾਈਡ ਅਬਾਊਟ ਇਟ। ਬਟ ਇਹਦੇ ਵਾਸਤੇ ਵੀ ਤੁਸੀਂ ਜਿਸ ਤਰ੍ਹਾਂ ਸੋਸ਼ਲ ਕਾਜ਼ਸ ਦੇ ਵਿੱਚ ਆਪਣਾ ਸਮਾਂ ਲਾਉਂਦੇ ਹੋ, ਕੀ ਸਮਝਦੇ ਹੋ ਕਿ ਇੱਥੇ ਵੀ ਕੁਝ ਕੰਮ ਕਰਨ ਦੀ ਲੋੜ ਹੈਗੀ ਕਿ ਅਸੀਂ ਆਪਣੀ ਕਮਿਊਨਿਟੀਜ਼ ਦੇ ਵਿੱਚ ਇੱਕ ਐਸੀ ਜਨਰੇਸ਼ਨ ਜਿਹੜੀ ਅੱਗੇ ਆ ਰਹੀ ਹੈ ਉਹਦੇ ਵਿੱਚ ਇਹ ਵੈਲਿਊਜ਼ ਨੂੰ ਇੰਸਟਿਲ ਕਰਨ ਵਿੱਚ ਕਾਮਯਾਬ ਹੋਈ? ਜਿੱਥੇ ਤੱਕ ਵੈਲਿਊਜ਼ ਦੀ ਗੱਲ ਆਉਂਦੀ ਹੈ ਜੀ, ਜਦੋਂ ਕਮਿਊਨਿਟੀ ਸਰਵਿਸ ਦੇ ਹਵਾਲੇ ਦੇ ਨਾਲ ਅਸੀਂ ਵੈਲਿਊਜ਼ ਨੂੰ ਜੋੜ ਕੇ ਗੱਲ ਕਰਨੇ ਆ, ਮੈਨੂੰ ਇਹ ਲੱਗਦਾ ਹੈ ਕਿ ਅਸੀਂ ਜਦੋਂ ਆਪਣੀ ਈਗੋ ਨੂੰ ਵਿੱਚ ਲੈ ਆਉਂਦੇ ਆ ਤੇ ਉਹਦੇ ਵਿੱਚ ਸਾਡੇ ਫਿਰ ਪਰਸਨਲ ਮੋਟਿਵਸ ਆ ਜਾਂਦੇ ਨੇ। ਪਾਕਿਸਤਾਨ ਦੇ ਬੜਾ ਖੂਬਸੂਰਤ ਲਿਖਣ ਵਾਲੇ ਨੇ ਅਸ਼ਫਾਕ ਅਹਿਮਦ, ਕਦੀ ਤੁਹਾਡਾ ਇਤਫਾਕ ਹੋਏ ਤੇ ਦੇਖਣਾ YouTube ਤੇ ਉਹਨਾਂ ਦੇ ਸੈਗਮੈਂਟਸ ਹੋਣਗੇ ਜੀ, ਬੜਾ ਖੂਬਸੂਰਤ ਲਿਖਦੇ ਨੇ ਉਹ। ਥੋੜੀ ਜਿਹੀ ਵੈਲ ਆਈ ਐਮ ਨਾਟ ਗੋਇੰਗ ਆਫ ਦ ਟੈਂਜੈਂਟ, ਇਟਸ ਗੋਇੰਗ ਟੂ ਟਾਈ ਅਪ, ਪਰ ਉਹਨਾਂ ਦੀ ਇੱਕ ਬੜੀ ਖੂਬਸੂਰਤ ਜੀ ਗੱਲ ਸੀ ਕਿ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਇਸ਼ਕ ਮਜਾਜ਼ੀ ਤੇ ਇਸ਼ਕ ਹਕੀਕੀ ਦੇ ਵਿੱਚ ਕੀ ਫਰਕ ਹੈਗਾ, ਤੇ ਉਹਨਾਂ ਨੇ ਕਿਹਾ ਕਿ ਇਸ਼ਕ ਮਜਾਜ਼ੀ ਜਿਹੜਾ ਹੈਗਾ, ਜਿਹੜਾ ਕਿ ਇਨਸਾਨਾਂ ਦੇ ਰਿਸ਼ਤੇ ਦੇ ਨਾਲ ਹੁੰਦਾ, ਉਹ ਆਪਣੀ ਅਨਾ ਨੂੰ, ਆਪਣੀ ਈਗੋ ਨੂੰ ਇੱਕ ਬੰਦੇ ਦੇ ਅੱਗੇ ਪਾਮਾਲ ਕਰਨਾ ਹੈਗਾ। ਤੇ ਇਸ਼ਕ ਹਕੀਕੀ ਕੀ ਹੈਗਾ, ਜਿਹੜਾ ਰੱਬ ਦੇ ਨਾਲ ਤੁਹਾਡਾ ਤਾਨਾ ਬਾਨਾ ਜੁੜਿਆ ਹੁੰਦਾ, ਉਹ ਆਪਣੀ ਅਨਾ ਨੂੰ ਬਹੁਤ ਸਾਰੇ ਲੋਕਾਂ ਦੇ ਅੱਗੇ ਪਾਮਾਲ ਕਰਨਾ ਹੁੰਦਾ। ਤੇ ਜਦੋਂ ਅਸੀਂ ਕਮਿਊਨਿਟੀ ਸਰਵਿਸ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜਦੋਂ ਅਸੀਂ ਈਗੋ ਨੂੰ ਪਿੱਛੇ ਛੱਡ ਦੇਈਦਾ, ਵੀ ਡੋਂਟ ਕੇਅਰ ਕਿ ਸਾਨੂੰ ਕ੍ਰੈਡਿਟ ਮਿਲੇਗਾ ਕਿ ਨਹੀਂ, ਜਿਹੜਾ ਬੂਟਾ ਮੈਂ ਅੱਜ ਨੂੰ ਲਾਇਆ ਉਹ ਕੱਲ ਨੂੰ ਫਲ ਦੇਗਾ। ਹੋ ਸਕਦਾ ਹੈ ਕਿ ਮੈਂ ਉੱਥੇ ਨਾ ਹੋਵਾਂ ਦੇਖਣ ਵਾਸਤੇ, ਐਂਡ ਤੇ ਮੇਰਾ ਉੱਥੇ ਹੋਣਾ ਵੀ ਜ਼ਰੂਰੀ ਨਹੀਂ। ਮੇਰਾ ਕੰਮ ਹੈਗਾ ਕਿ ਜਿੰਨਾ ਮੈਂ ਯੋਗਦਾਨ ਪਾ ਸਕਦੀ ਹਾਂ, ਉਸ ਤੋਂ ਬਾਅਦ ਦਾ ਜਿਹੜਾ ਇੰਪੈਕਟ ਉਹ ਆਉਣ ਵਾਲੇ ਸਮੇਂ 'ਚ ਪਏਗਾ ਹੀ ਪਏਗਾ, ਕਿਉਂਕਿ ਜੋ ਜਿਹਾ ਤੁਸੀਂ ਬੀਜਦੇ ਹੋ ਉਸ ਤਰ੍ਹਾਂ ਦਾ ਤੇ ਉਹਦਾ ਰਿਜ਼ਲਟ ਆਉਣਾ ਹੀ ਆਉਣਾ। ਐਬਸੋਲੂਟਲੀ। ਨਾਲੇ ਐਲਾਈਜ਼ ਜੋੜਨੇ ਚਾਹੀਦੇ ਨੇ। ਮੈਨੂੰ ਲੱਗਦਾ ਕਿ ਜਿਹੜਾ ਕੰਮ ਅਸੀਂ ਕਰ ਰਹੇ ਹਾਂ, ਬਹੁਤ ਸਾਰੇ ਲੋਕ ਨੇ ਜਿਹੜੇ ਬਹੁਤ ਅੱਛੀ ਸੋਚ ਰੱਖਣ ਵਾਲੇ ਨੇ, ਜਿਹੜੇ ਕਿ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ ਤੇ ਜੁੜ ਜਾਂਦੇ ਨੇ। ਸੋ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਤੁਸੀਂ ਕੋਈ ਵੀ ਅੱਛੇ ਕਾਜ਼ ਵਾਸਤੇ ਕੰਮ ਕਰਦੇ ਹੋ, ਲੋਕਾਂ ਦੀ ਟੀਮ ਜਿਹੜੀ ਹੈ ਉਹ ਬਣਾ ਕੇ ਚੱਲਣਾ ਚਾਹੀਦਾ। ਐਨੀ ਰਿਗਰੈਟਸ? ਆਈ ਡੋਂਟ ਬਿਲੀਵ ਇਨ ਹੈਵਿੰਗ ਰਿਗਰੈਟਸ। ਮੈਨੂੰ ਲੱਗਦਾ ਕਿ ਐਕਸਪੀਰੀਅੰਸ ਹੁੰਦੇ ਨੇ। ਰਿਗਰੈਟ ਤੇ ਉਹ ਹੁੰਦਾ ਕਿ ਅਸੀਂ ਜੇ ਵਾਪਸ ਜਾ ਕੇ ਕੁਝ ਚੇਂਜ ਕਰ ਸਕੀਏ। ਕੋਈ ਜਾ ਕੇ ਵਾਪਸ ਚੇਂਜ ਤਾਂ ਕੁਝ ਕਰ ਨਹੀਂ ਸਕਦਾ। ਸਮਾਂ ਜਿਹੜਾ ਥੋੜਾ ਬਹੁਤਾ ਬਚਦਾ ਹੈ, ਕੋਈ ਐਸੀ ਆਰਗੇਨਾਈਜੇਸ਼ਨ ਨਹੀਂ ਜਿਹਦੇ ਨਾਲ ਤੁਸੀਂ ਨਹੀਂ ਜੁੜੇ ਹੋਏ, ਤੇ ਜਿਹੜਾ ਸਮਾਂ ਕੋਈ ਬਚਦਾ, ਕੋਈ ਪੜ੍ਹਨ ਲਿਖਣ ਦਾ ਵੀ ਸ਼ੌਂਕ ਹੈ ਜੀ, ਹੋਰ ਕੋਈ ਐਕਸਟਰਾ? ਆਈ ਐਮ ਬੈਕ ਇਨ ਸਕੂਲ ਜੀ। ਬਾਕੀ ਉਹ ਪੜ੍ਹਾਈ ਤਾਂ ਹੋਗੀ ਤੁਹਾਡੀ ਫॉर योर ਕੈਰੀਅਰ, ਅਦਰਵਾਈਜ਼ ਕੋਈ ਹੋਰ ਸ਼ੌਂਕ ਹੈ? ਆਈ ਐਮ ਵੈਰੀ ਇੰਟਰਸਟਿਡ ਇਨ ਪੋਇਟਰੀ ਜੀ। ਜਿਹੜੇ ਪਾਕਿਸਤਾਨੀ ਰਾਈਟਰਸ ਨੇ, ਕੁਦਰਤੁੱਲਾ ਸ਼ਹਾਬ ਨੇ, ਅਸ਼ਫਾਕ ਅਹਿਮਦ ਨੇ, ਫੈਜ਼ ਅਹਿਮਦ ਫੈਜ਼, ਫਰਾਜ਼ ਇਕਬਾਲ ਜੀ, ਬਹੁਤ ਸ਼ੌਕ ਹੈਗਾ ਮੈਨੂੰ ਅਦਬ ਦਾ। ਐਂਡ ਆਈ ਹੈਵ ਲੈਡ ਲਿਟਰੇਰੀ ਸੁਸਾਇਟੀਜ਼ ਇਨ ਪਾਕਿਸਤਾਨ। ਮੈਨੂੰ ਡਿਬੇਟਸ ਦਾ ਬਹੁਤ ਸ਼ੌਕ ਸੀ, ਸੋ ਡਨ ਦੈਟ ਵੈਰੀ ਵੈਲ। ਬਾਕੀ ਐਵੇਂ ਕਿ ਆਈ ਕੁਕ ਵੈਰੀ ਵੈਲ, ਆਈ ਕੈਨ ਸਟਿਚ, ਸੋ ਦੈਟਸ ਵਾਟ ਆਈ ਡੂ। ਵੰਡਰਫੁਲ। ਅਖੀਰ ਵਿੱਚ ਇਹ ਦੱਸੋ ਕਿ ਜੋ ਤੁਹਾਡਾ ਲਾਈਫ ਦਾ ਐਕਸਪੀਰੀਅੰਸ ਹੈਗਾ, ਇਸ ਨੂੰ ਅਸੀਂ ਨਿਚੋੜਨਾ ਹੋਏ, ਇਸ ਵਿੱਚੋਂ ਕੁਝ ਚੀਜ਼ਾਂ ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਹਿਣੀਆਂ ਹੋਣ ਕਿ ਜੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਇਨਸਾਨ ਨੂੰ
ਇੱਕ ਬੰਦੇ ਨੂੰ ਇਨਸਾਨ ਬਣਾ ਸਕਦੀਆਂ ਨੇ, ਜੇ ਮੈਂ ਕਹਾਂ ਤਾਂ ਉਹ ਕੀ ਹੋਣਗੀਆਂ? एक शेर हैगा जी कि दर्द दिल के वास्ते पैदा किया इंसान को जी, वरना तात के लिए कुछ कम न थे कर्रोबियां। वाह बहुत खूब। इट वाज अ प्लेजर टॉकिंग टू यू जी, थैंक यू वेरी मच। ਤੇ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਕਿ ਫਿਊਚਰ ਪਲਾਨਸ ਕੀ ਨੇ ਤੁਹਾਡੇ ਜਿਹੜੇ ਕਿ ਤੁਸੀਂ ਅੱਗੇ ਪਰਸਿਊ ਕਰਨਾ ਚਾਹੁੰਦੇ ਹੋ? ਮਾਈਕਲ ਐਂਜਲੋ ਕਹਿੰਦਾ ਹੈ ਜੀ ਆਈ ਐਮ ਸਟਿਲ ਲਰਨਿੰਗ, ਸੋ ਆਈ ਐਮ ਸਟਿਲ ਲਰਨਿੰਗ। ਆਈ ਡੋਂਟ ਨੋ ਵਾਟ ਫਿਊਚਰ ਹੋਲਡਸ ਫॉर मी, ਬਟ ਆਈ ਐਮ ਬੈਕ ਇਨ ਸਕੂਲ ਸਟੱਡੀਇੰਗ ਸੋਸ਼ਲ ਵਰਕ ਐਂਡ ਆਈ ਹੋਪ ਟੂ ਬੀ ਰਜਿਸਟਰਡ ਐਜ਼ ਅ ਸੋਸ਼ਲ ਵਰਕਰ ਬਾय ਨੈਕਸਟ ਈਅਰ। ਬਹੁਤ ਖੂਬ ਜੀ, ਯਕੀਨਨ ਤੌਰ ਦੇ ਉੱਤੇ ਤੁਸੀਂ ਕਾਮਯਾਬ ਹੋਵੋਗੇ ਤੇ ਜਿਸ ਮਕਸਦ ਨਾਲ ਜਿਹੜੇ ਤੁਸੀਂ ਜਿਸ ਪੈਸ਼ਨ ਨਾਲ ਕੰਮ ਕਰ ਰਹੇ ਹੋ, ਜਿਸ ਡੈਡੀਕੇਸ਼ਨ ਨਾਲ, ਸਾਨੂੰ ਲੋੜ ਹੈ ਕਿ ਹੋਰ ਐਸੇ ਸਾਦੀਆ ਸਮੀਉਲਾ ਸਾਡੀ ਕਮਿਊਨਿਟੀਜ਼ ਹੋਣ ਜਿਹੜੇ ਕਿ ਕਮਿਊਨਿਟੀ ਦੇ ਵਿੱਚ ਚੇਂਜ ਲਿਆ ਕੇ ਇੱਕ ਬਿਹਤਰ ਜਿਹੜਾ ਸਮਾਜ ਕ੍ਰੀਏਟ ਕਰਨਾ ਚਾਹੁੰਦੇ ਨੇ। ਥੈਂਕ ਯੂ ਐਂਡ ਸ਼ੁਭਕਾਮਨਾਵਾਂ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ।